श्री नानक पद पंकज बंदन पंकज बंदन सिमरो अंगद दुख निकंदन। अमरदास गुर हृदय त्यावो गुर हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरों तरा पर पुन पुन शीशा पुन पुन शीशा। बंदों बार बार जगतीशा। जिसमें है अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। ਤਾਂ ਆਪਾਂ ਕੱਲ ਸੁਣਿਆ ਸੀ ਕਿ ਮਾਤਾ ਤ੍ਰਿਪਤਾ ਜੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਧੰਨ ਮਾਤ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਏ ਤਾਂ ਮਾਤਾ ਤ੍ਰਿਪਤਾ ਜੀ ਦਾ ਇੰਨਾ ਸੁੰਦਰਤਾ ਵਾਲਾ ਚਿਹਰਾ ਸੀ, ਗਹਿਣਿਆਂ ਤੋਂ ਬਿਨਾਂ ਹੀ ਬਹੁਤ ਸ਼ੋਭਾ ਪਾਉਂਦੇ ਸਨ। ਤਾਂ ਇੱਥੋਂ ਅੱਗੇ ਹੁਣ ਕਥਾ ਆਰੰਭ ਹੁੰਦੀ ਹੈ। ਪ੍ਰਸੰਗ ਸਰਵਣ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਦੇ ਚਰਨਾਂ ਦਾ ਧਿਆਨ ਧਰੋ। 10 ਪਾਤਸ਼ਾਹੀਆਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਰੂਪੀ ਚਰਨਾਂ ਦਾ ਧਿਆਨ ਧਰੋ ਤੇ ਪਿਆਰ ਨਾਲ ਕਥਾ ਸਰਵਣ ਕਰੋ। ਆਖੋ ਸਤਨਾਮ श्री वाहिगुरु साहिब जी। सतनाम श्री वाहिगुरु साहिब जी। चौपई जा दिन ते आए जग स्वामी। जद जगत दे स्वामी दे जगत विच आउण दा समा नेड़े आया। जां दिन ते आए दे अर्थ ने दिन नेड़े आए, समा नेड़े आया। जगत दे स्वामी ਅਸੀਂ ਤੇ ਪਤਾ ਨਹੀਂ ਕਿੰਨਾ ਕਿੰਨਾ ਨੂੰ ਸਵਾਮੀ ਬਣਾਈ ਬੈਠੇ ਆ। ਅਸੀਂ ਤੇ ਦੇਹ ਧਾਰੀ ਡੰਮੀਆਂ ਗੁਰੂਆਂ ਨੂੰ ਸਾਡੇ ਲੋਕ ਸਵਾਮੀ ਬਣਾਈ ਬੈਠੇ ਨੇ। ਕੋਈ ਕਿਸੇ ਦਾ ਸਵਾਮੀ ਹੈ, ਕੋਈ ਕਿਸੇ ਦਾ ਸਵਾਮੀ ਹੈ। ਪਰ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਲਿਖਦੇ ਨੇ ਜਗਤ ਦੇ ਸਵਾਮੀ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾ ਰਹੇ ਨੇ ਕਿ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਸਵਾਮੀ
ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਸਾਰ ਤੇ ਪ੍ਰਗਟ ਹੋਣ ਦਾ ਸਮਾਂ ਨੇੜੇ ਆ ਗਿਆ। ਭਏ ਸਰਲਪੁਰ ਮਹਿ ਜੇ ਬਾਮੀ। ਜਿਹੜੇ ਵਿੰਗੇ ਟਿੱਡੇ ਵਿਅਕਤੀ ਸਨ ਨਾ, ਉਹ ਵੀ ਸਿੱਧੇ ਹੋ ਗਏ, ਭਾਵ ਉਹ ਹੀ ਸਿੱਧੇ ਰਸਤੇ ਤੇ ਚੱਲਣ ਲੱਗ ਪਏ। ਸੋਚ ਸੰਤੋਖ ਧਰਮ ਸਤ ਕਰਨਾ। ਸਰਲ ਦੇ ਅਰਥ ਨੇ ਭਏ ਸਰਲਪੁਰ ਮੈਂ ਜੇ ਬਾਮੀ ਦੇ ਅਰਥ ਨੇ ਜਿਹੜੇ ਕਠੋਰ ਹਿਰਦੇ ਵਾਲੇ ਸਨ, ਜਿਹੜੇ ਵਿੰਗੇ ਟਿੱਡੇ ਚੱਲਦੇ ਸਨ, ਜਿਨ੍ਹਾਂ ਨੇ ਪਰਮਾਰਥ ਦਾ ਰਸਤਾ ਛੱਡ ਦਿੱਤਾ ਸੀ, ਉਹ ਵੀ ਸਿੱਧੇ ਹੋ ਗਏ। ਤੇ ਸੱਚ ਸੰਤੋਖ ਧਰਮ ਸਤ ਕਰਨਾ ਆਦ। ਆਸ਼ ਸ਼ੁਭ ਕਰਮਨ ਮਹਿ ਆਚਰਨਾ। ਸਾਰਿਆਂ ਦਾ ਸ਼ੁਭ ਕਰਮਾਂ ਵਿੱਚ ਮਨ ਲੱਗਣ ਲੱਗ ਪਿਆ, ਵਰਤਨ ਲੱਗ ਪਏ ਸ਼ੁਭ ਕਰਮਾਂ ਵਿੱਚ। ਸੀਤ ਸੁਗੰਧਿਤ ਮੰਦ ਸਮੀਰਾ। ਠੰਡੀ ਸੁਗੰਧੀ ਵਾਲੀ ਤੇ ਧੀਮੀ ਹਵਾ ਪ੍ਰਭੂ ਦੇ ਹੁਕਮ ਅਨੁਸਾਰ, ਚਲੇ ਸੋ ਹਰਿ ਹੀ ਸਭ ਵਿਦ ਪੀਰਾ। ਪਰਮਾਤਮਾ ਦੇ ਹੁਕਮ ਦੇ ਅਨੁਸਾਰ, ਵਿਧੀ ਅਨੁਸਾਰ ਚੱਲ ਰਹੀ ਸੀ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਸਮਾਂ ਨੇੜੇ ਆਇਆ ਮਹਾਰਾਜ ਜੀ ਦਾ ਪ੍ਰਗਟ ਹੋਣ ਦਾ, ਤੇ ਜਿਹੜੀ ਹਵਾ ਸੀ ਠੰਡੀ ਤੇ ਸੁਗੰਧੀ ਦੇਣ ਵਾਲੀ, ਬੜੀ ਧੀਮੀ ਹਵਾ ਪਰਮਾਤਮਾ ਦੇ ਹੁਕਮ ਅਨੁਸਾਰ ਤੇ ਵਿਧੀ ਦੇ ਅਨੁਸਾਰ ਚੱਲ ਰਹੀ ਸੀ। ਬਾਦਰੀ ਆਵੇ ਭਰਪੁਰ ਭਾਰੀ। ਬੱਦਲ ਵੀ ਪਾਣੀ ਦੇ ਭਰ ਕੇ ਆ ਰਹੇ ਸਨ। ਵਰਖੇ ਨਰ ਇੱਛਾ ਅਨੁਸਾਰੀ। ਮਨੁੱਖਾਂ ਦੀ ਇੱਛਾ ਦੇ ਅਨੁਸਾਰ ਬੱਦਲ ਵੀ ਵਰਖਦੇ ਸਨ। ਮੀਂਹ ਉਹਨਾਂ ਕੁ ਪੈਂਦਾ ਸੀ ਜਿੰਨੀ ਕੁ ਲੋਕਾਂ ਦੀ ਇੱਛਾ ਹੁੰਦੀ ਸੀ ਕਿ ਇੰਨਾ ਕੁ ਮੀਂਹ ਚਾਹੀਦਾ, ਇੱਛਾ ਅਨੁਸਾਰੀ। ਬੱਦਲ ਵੀ ਪਾਣੀ ਦੇ ਭਰ ਕੇ ਆ ਰਹੇ ਸਨ ਤੇ ਬਾਰਿਸ਼ ਮਨੁੱਖਾਂ ਦੀ ਇੱਛਾ ਦੇ ਅਨੁਸਾਰ ਪੈ ਰਹੀ ਸੀ। ਹਾਂਜੀ, ਫੂਲੇ ਫਲੇ ਬ੍ਰਿਖ ਸਮੁਦਾਈ। ਹਰ ਪ੍ਰਕਾਰ ਦੇ ਦਰਖਤਾਂ ਨੂੰ ਫੁੱਲ ਅਤੇ ਫਲ ਲੱਗ ਰਹੇ ਸਨ। ਜਨ ਅਨੰਦਤਾ ਬਾਹਰ ਆਈ। ਜਿਵੇਂ ਖੁਸ਼ੀਆਂ ਦੀ, ਆਨੰਦਤਾ ਦੇ ਅਰਥ ਨੇ ਖੁਸ਼ੀਆਂ। ਕਹਿੰਦੇ ਜਿਵੇਂ ਖੁਸ਼ੀਆਂ ਦੀ ਬਹਾਰ ਆ ਗਈ ਹੋਵੇ। ਹਾਂਜੀ, ਅੰਤਰ ਦਿਨ ਕੇ ਭਈ ਇਮਯੂ। ਫੁੱਲਾਂ ਦੇ ਅੰਦਰ ਵੀ ਕਹਿੰਦੇ ਸ਼ਹਿਦ ਭਰ ਗਿਆ, ਰਸ ਭਰ ਗਿਆ। ਮਨੋ ਨਰਨ ਦਿਖਰਾਵੇ ਤੇਉ। ਕਹਿੰਦੇ ਮਾਨੋ ਮਨੁੱਖ ਆਪਣੀ ਖੁਸ਼ੀ ਦਿਖਲਾ ਰਹੇ ਸਨ। ਸ਼ਬ ਭਰ ਗਿਆ ਤੇ ਮਨੁੱਖ ਮਾਨੋ ਆਪਣੀ ਖੁਸ਼ੀ ਦਿਖਲਾ ਰਹੇ ਸਨ। ਛਿਤ ਸੋਹਤ ਧਰ ਨਵ ਸਭ ਜਾਈ। ਧਰਤੀ ਨਵੀਂ ਹਰਿਆਵਲ ਧਾਰ ਕੇ ਸ਼ੋਭ ਰਹੀ ਸੀ। ਤੇ ਔਰ ਸਭ ਤੇ ਅਧਿਕ ਵਧਾਈ। ਹਰ ਇੱਕ ਦਿਲ ਵਿੱਚ ਵੱਧ ਖੁਸ਼ੀ ਤੇ ਖੇੜਾ ਹੈ। ਜੜ ਜੰਗਮ ਤਲਵੰਡ ਆਨੰਦੂ। ਤੁਰਨ ਵਾਲੇ ਅਤੇ ਨਾ ਤੁਰਨ ਵਾਲੇ ਸਾਰੇ ਜੀਵ ਜੰਤੂ। ਜੜ ਦੇ ਅਰਥ ਨੇ ਨਾ ਤੁਰਨ ਵਾਲੇ, ਜੰਗਮ ਦੇ ਅਰਥ ਨੇ ਤੁਰਨ ਵਾਲੇ। ਸਾਰੇ ਜੀਵ ਜੰਤੂ ਆਨੰਦਮਈ ਹੋ ਰਹੇ ਸਨ। ਆ ਪ੍ਰਵੇਸ਼ ਜਬ ਸੁਖ ਕੰਦੂ। ਸੁਖ ਦੇ ਦਾਤੇ, ਸੁੱਖਾਂ ਦੇ ਦਾਤੇ ਕੌਣ ਨੇ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ। ਜਦੋਂ ਤੋਂ ਸੁੱਖਾਂ ਦੇ ਦਾਤੇ ਦਾ ਪ੍ਰਵੇਸ਼ ਹੋਇਆ ਨਾ, ਉਦੋਂ ਤੋਂ ਸਾਰੇ ਜੀਵ ਜੰਤੂ ਆਨੰਦਮਈ ਹੋ ਗਏ। ਆਸ ਜਸ ਬੀਤ ਗਏ 10 ਮਾਸਾ। ਜਦੋਂ ਧੰਨ ਮਾਤ ਤ੍ਰਿਪਤਾ ਜੀ ਨੂੰ 10 ਮਹੀਨੇ ਗਰਭ ਧਾਰਨ ਕੀਤਿਆਂ ਨੂੰ ਬਤੀਤ ਹੋਏ। ਸਰਦ ਸੁੰਦਰੀ ਅੰਦ ਪ੍ਰਕਾਸ਼ਾ। ਸਰਦ ਰੁੱਤ ਦਾ ਚੰਦਰਮਾ ਪ੍ਰਕਾਸ਼ਿਆ। ਸਰਦ ਰੁੱਤ ਦਾ ਭਾਵ ਕਿ ਠੰਡ ਦੇ ਦਿਨ ਆਰੰਭ ਹੋਏ। ਨਿਰਮਲ ਆਕਾਸ਼ ਸੋਹੇ ਗਣ ਤਾਰਾ। ਸਾਰਾ ਆਕਾਸ਼ ਤਾਰਿਆਂ ਨਾਲ ਇੰਜ ਸੁਭਾਇਮਾਨ ਹੋ ਰਿਹਾ ਸੀ ਜਿਵੇਂ ਜਗਿਆਸੀ ਔਰ ਆਚਾਰਾ। ਜਿਵੇਂ ਜਗਿਆਸੂ ਦੇ ਹਿਰਦੇ ਅੰਦਰ ਨੇਕ ਚੱਲਣੀ ਦੇ ਗੁਣ ਚਮਕ ਰਹੇ ਹੋਣ। ਇਸ ਤਰ੍ਹਾਂ ਆਕਾਸ਼ ਮੰਡਲ ਦੇ ਵਿੱਚ ਤਾਰੇ ਪ੍ਰਕਾਸ਼ ਹੋ ਰਹੇ ਸਨ। ਹਾਂਜੀ, ਨਿਰਸਮੇਗ ਹੋਏਗੇ ਨਿਜ ਦੇਸ਼ੂ। ਬੱਦਲ ਪਾਣੀ ਰਹਿਤ ਹੋ ਕੇ ਆਪਣੇ ਦੇਸ਼ਾਂ ਨੂੰ ਜਾਣ ਲੱਗੇ, ਭਾਵ ਵਰਸ ਕੇ। ਸਤ ਸੰਗਤ ਮਿਟੇ ਕਲੇਸ਼ੂ। ਜਿਵੇਂ ਸਤ ਸੰਗਤ ਵਿੱਚ ਜਾਣ ਨਾਲ ਕਲੇਸ਼ ਮਿਟ ਜਾਂਦੇ ਹਨ, ਇਵੇਂ ਬੱਦਲ ਵੀ ਆਪਣੇ ਘਰਾਂ ਨੂੰ ਪਾਣੀ ਰਹਿਤ ਹੋ ਕੇ ਆਪਣੇ ਦੇਸ਼ਾਂ ਨੂੰ ਜਾਣ ਲੱਗੇ। ਉਰਜ ਮਾਸ ਕੀ ਪੂਰਨਮਾਸ਼ੀ। ਉਰਜ ਮਾਸ ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜਾ ਰੱਟਾ ਪਿਆ, ਬੜਾ ਰੌਲਾ ਪਿਆ ਸਾਡੇ ਪੰਥ ਦੇ ਵਿੱਚ। ਮੈਂ ਤਰਕ ਕੁਤਰਕ ਨਹੀਂ ਕਰਨਾ ਚਾਹੁੰਦਾ, ਪਰ ਨਿਰਣਾ ਜਿੰਨੇ ਕਿ ਤੁਸੀਂ ਸੁਣਦੇ ਹੋ, ਸਿਰਫ ਇੱਕ ਕਿਤਾਬ ਦੇ ਹਵਾਲੇ ਨੂੰ ਲੈ ਕੇ ਵਿਸਾਖ ਦਾ ਮਹੀਨਾ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਾ ਬਣਾਈ ਬੈਠੇ ਹਾਂ। ਪਰ ਕਈ ਸਾਡੇ ਗ੍ਰੰਥਾਂ ਦੇ ਵਿੱਚ ਬਹੁਤ ਸਾਰੇ, ਭਾਈ ਗੁਰਦਾਸ ਜੀ ਦੇ ਸਾਹਿਤ, ਭਾਈ ਸੰਤੋਖ ਸਿੰਘ ਜੀ, ਹੋਰ ਕਈ ਧਾਰਮਿਕ ਗ੍ਰੰਥ, ਮਹਿਮਾ ਪ੍ਰਕਾਸ਼ ਦਾ ਕਰਤਾ, ਹੋਰ ਕਈ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ।
ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਹਰੀ ਦੇ ਕੀਰਤਨ ਵਾਂਗ ਹਰ ਕੀਰਤ ਸੋ ਜੌਨ ਪ੍ਰਕਾਸ਼ੀ। ਉਰਜ ਮਾਸ ਕੀ ਪੂਰਨਮਾਸ਼ੀ ਹਰ ਕੀਰਤ ਜੋ ਜੌਨ ਪ੍ਰਕਾਸ਼ੀ। ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਹਰੀ ਦੇ ਕੀਰਤਨ ਵਾਂਗ ਚਾਂਦਨੀ ਪ੍ਰਕਾਸ਼ਮਾਨ ਹੋਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸੰਮਤ ਵੀ ਸੁਣ ਲਿਓ। ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਗੁਰਮੁਖੋ ਸੰਬਤ 9 ਖਟ ਸਹਿਜ ਬੀਸਾ 1526 ਨੂੰ, ਸੰਮਤ 1526 ਨੂੰ 9 ਖੱਟ ਦੇ ਅਰਥ ਨੇ 26। 1526 ਨੂੰ ਜਗਤ ਦੇ ਪਾਤਸ਼ਾਹ ਨੇ ਭਾਵ ਤਾਰ ਪ੍ਰਗਟ ਜਗਦੀਸ਼ਾ ਧਰਤੀ ਤੇ ਪ੍ਰਕਾਸ਼ ਧਾਰਿਆ। ਮਹਾਰਾਜ ਜੀ ਨੇ ਅਵਤਾਰ ਧਾਰਿਆ। ਸੰਮਤ 1526 ਹੈ ਤੇ ਉਰਜ ਮਾਸ ਕੀ ਪੂਰਨਮਾਸ਼ੀ ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਹੈ। ਸਾਰਾ ਨਿਰਣਾ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਕਰ ਰਹੇ ਨੇ। ਹਾਂਜੀ। ਭਇਓ ਅਚਾਨਕ ਸਭਨ ਉਸ਼ਾਹ ਅਚਨਚੇਤ ਹੀ ਸਾਰੇ ਖੁਸ਼ੀਆਂ ਦਾ ਪ੍ਰਵਾਹ ਉਛਾਲੇ ਮਾਰਨ ਲੱਗਾ। ਬਿਨ ਕਾਰਨ ਮਨ ਲੱਖ ਨਾ ਸਕਾਹਾ ਇੰਜ ਕਿਉਂ ਹੋਇਆ ਕੋਈ ਵੀ ਜਾਣ ਨਾ ਸਕਿਆ। ਚੋ ਪਈ ਧਰਾ ਆਕਾਸ਼ ਬਿਖੇਜੇ ਬਾਸੀ ਧਰਤੀ ਅਤੇ ਆਕਾਸ਼ ਤੇ ਵਸਣ ਵਾਲੇ ਸਾਰੇ ਜੀਵ ਮੰਗਲ ਕਰੇ ਸਿਮਰ ਅਬਨਾਸ਼ੀ ਕਦੀ ਨਾ ਨਾਸ਼ ਹੋਣ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਕੇ ਮੰਗਲਾਚਰਨ ਕਰ ਰਹੇ ਸਨ। ਨੇ ਨਿਜ ਹੱਥ ਨ ਸੰਖ ਵਜਾਏ ਆਪਣੇ ਹੱਥਾਂ ਵਿੱਚ ਸੰਖ ਲੈ ਕੇ ਨਾ ਤੇ ਮੁਖ ਤੋਂ ਸੰਖ ਵਜਾ ਰਹੇ ਸਨ। ਸੰਖ ਦੀ ਧੁਨ ਅਲਾਪ ਰਹੇ ਸਨ। ਸੰਖਨ ਕੀ ਘਨ ਘੰਟਨ ਕੀ ਧੁਨ ਕਰ ਫੂਲਨ ਕੀ ਬਰਖਾ ਬਰਖਾਵੇ। ਸੰਖ ਦੀ ਧੁਨਾਂ ਜਿਹੜੀਆਂ ਸੀ ਉਹ ਛਿੜੀਆਂ ਸਨ। ਜੈ 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 ਮੁਖ ਬਚਨ ਸੁਨਾਏ ਸਾਰੇ ਪ੍ਰਮਾਤਮਾ ਦੀ ਸਿਫਤ ਵਿੱਚ ਸੰਖ ਵਜਾ ਕੇ ਤੇ ਮੁਖ ਤੋਂ ਜੈ ਜੈਕਾਰ ਕਰੇ ਸਭ ਕੋਈ। ਸਾਰੇ ਜੈ ਜੈਕਾਰ ਕਰ ਰਹੇ ਹਨ, ਬਚਨ ਉਚਾਰ ਰਹੇ ਹਨ। ਅਮਰਨ ਮਿਲ ਕਰ ਮਿਲੇ ਕਸਾਈ ਅਮਰਨ ਦੇ ਅਰਥ ਨੇ ਦੇਵਤੇ, ਮਲੈ ਦੇ ਅਰਥ ਨੇ ਚੰਦਨ। ਸਾਰਿਆਂ ਨੇ ਚੰਦਨ ਘਸਾਇਆ ਦੇਵਤਿਆਂ ਨੇ ਮਿਲ ਕਰਕੇ। ਕੁੰਕਮ ਪੁਨ ਕਨਸਾਰ ਮਿਲਾਈ ਉਸ ਵਿੱਚ ਫਿਰ ਕੁੰਕਮ ਦੇ ਅਰਥ ਨੇ ਕੇਸਰ ਤੇ ਕਪੂਰ ਨੂੰ ਮਿਲਾਇਆ ਕੰਸਾਰ। ਹਾਂਜੀ। ਕਾਲੂ ਕੇ ਮੰਦਿਰ ਪਰ ਚਰਚ ਹੈ ਉਸ ਮਿਸ਼ਰਣ ਨੂੰ ਫਿਰ ਉਹ ਦੇਵਤਿਆਂ ਨੇ ਨਾ ਸ਼ਰਧਾ ਬਣਾਉਣੀ ਪਵੇਗੀ। ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਇਤਿਹਾਸ ਪੜ੍ਹਨ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਨਾਨਕ ਪ੍ਰਕਾਸ਼ ਸਰਵਣ ਕਰਨ ਵਾਸਤੇ ਭਾਵਨਾ ਬਣਾਉਣੀ ਪਵੇਗੀ। ਤਰਕਾਂ ਕੁਤਰਕਾਂ ਤੋਂ ਹਟ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ ਭਾਵਨਾ ਬਣਾਉਣੀ ਪਵੇਗੀ। ਹੁਣ ਇੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਨੇ ਮਿਲ ਕੇ ਚੰਦਨ ਨੂੰ ਘਸਾਇਆ, ਫਿਰ ਕੇਸਰ ਤੇ ਕਪੂਰ ਮਿਲਾ ਕੇ ਉਸ ਨੂੰ ਉਸ ਦਾ ਮਿਸ਼ਰਣ ਕਾਲੂ ਕੇ ਮੰਦਰ ਪਰ ਚਰਚਾ। ਫਿਰ ਮਹਿਤਾ ਕਾਲੂ ਜੀ ਦੇ ਘਰ ਤੇ ਜਾ ਕੇ ਛਿੜਕਣ ਲੱਗੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਮਹਿਤਾ ਕਾਲੂ ਜੀ ਦੇ ਘਰ ਤੇ ਛਿੜਕਣ ਲੱਗੇ। ਮੰਦਾਰਨ ਕੁਸਮਾਂਜਲ ਅਰਚ ਹੈ ਕਲਪ ਬ੍ਰਿਸ਼ ਦੇ ਫੁੱਲਾਂ ਦੇ ਬੁੱਕਾਂ ਦੇ ਬੁੱਕ ਅਰਸ਼ਾਂ ਤੋਂ ਵਰਸ਼ਾਉਣ ਲੱਗੇ। ਧਾਇਨ ਸੇਬ ਜਮਾਨ ਕੁਲੀਨਾ ਚੰਗੀ ਕੁਲ ਦੀਆਂ ਇਸਤਰੀਆਂ ਦਾਈਆਂ ਬਣ ਕੇ। ਹਾਂਜੀ। ਪ੍ਰਸੂਤਾਤ ਸੁਖ ਲੀਨਾ ਚੰਗੀ ਕੁਲ ਦੀਆਂ ਜਿਹੜੀਆਂ ਇਸਤਰੀਆਂ ਸਨ ਨਾ ਦਾਈਆਂ ਬਣ ਕੇ ਸੇਵਾ ਕਰਨ ਲਈ ਬਾਬਾ ਕਾਲੂ ਜੀ ਦੇ ਘਰ ਵੱਲ ਆਈਆਂ। ਹਾਂਜੀ। ਦੀਪ ਦੀਪਤ ਗ੍ਰਹਿ ਜਾਨੋ ਸਰਵ ਸ੍ਰੇਸ਼ਟ ਇਸਤਰੀਆਂ ਨੇ ਪ੍ਰਸੂਤਾ ਬਣ ਕੇ ਅਤ ਸੁਖ ਪ੍ਰਾਪਤ ਕੀਤਾ। 8 ਦੀਵੇ ਜਾਗ ਰਹੇ ਸਨ। ਹਾਂਜੀ। ਸਭ ਕਟ ਗਈ ਬਾਲ ਰਵ ਨਿਮਾਨੋ ਉਹਨਾਂ ਨੂੰ ਤੁਸੀਂ ਕਹਿੰਦੇ ਗ੍ਰਹਿ ਸਮਝੋ। 8 ਗ੍ਰਹਿ ਨੇ, 8 ਗ੍ਰਹਿ ਨੇ ਤੇ ਕਹਿੰਦੇ 8 ਮੁਖੀਏ ਦੀਵੇ ਜਿਹੜੇ ਘਰ ਵਿੱਚ ਚੱਲ ਰਹੇ ਸਨ ਉਹ ਸਮਝੋ ਕਿ ਗ੍ਰਹਿ ਆਪਣੀ ਹਾਜ਼ਰੀ ਲਵਾ ਰਹੇ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬ ਘਟ ਗਈ ਬਾਲ ਰਵ ਮਾਨੋ ਸਵੇਰ ਦਾ ਬਾਲ ਰੂਪੀ ਸੂਰਜ ਚੜ ਪਿਆ ਤੇ ਉਹ 8 ਨੁਕਰੇ ਦੀਵੇ ਜਿਹੜੇ ਜਗ ਰਹੇ ਸਨ ਨਾ, 8 ਦੀਵੇ, ਇੱਕ ਦੀਵੇ ਦੇ ਵਿੱਚ 8 ਨੁਕਰਾਂ ਸੀ। 8 ਨੁਕਰੇ ਦੀਵੇ ਜਿਹੜੇ ਨੇ ਉਹਨਾਂ ਦੀ ਰੋਸ਼ਨੀ ਘਟ ਗਈ
ਜਦੋਂ ਬਾਲ ਰੂਪੀ ਸੂਰਜ ਚੜ ਪਿਆ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਦੇ ਪਦ ਤੇਜ ਜੇ ਕਾਤ ਅਨੂਪਾ, ਅਨੂਪਮ ਸੁੰਦਰਤਾ ਦਾ ਤੇਜ ਪ੍ਰਕਾਸ਼ ਰਿਹਾ ਹੈ। ਇਸਮੇ ਧਾਏ ਹੇਰ ਜਿਸ ਰੂਪਾ, ਦਾਈ ਬਾਲਕ ਦਾ ਸੁੰਦਰ ਰੂਪ ਵੇਖ ਕੇ ਬਹੁਤ ਹੈਰਾਨ ਹੋਏ। ਜਨਮਤ ਮਿਰਦਲ ਬਾਲ ਸੁਸਕਰਾਈ, ਕਿਉਂਕਿ ਜਨਮ ਸਮੇਂ ਕੋਮਲ ਬਾਲ ਹੱਸ ਰਿਹਾ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਹੈਰਾਨ ਹੋਈ। ਦਾਈ ਦੌਲਤਾਂ ਸਗਨ ਕੋ ਸਗਨ ਨ ਜਾਣਿਓ ਜਾਈ, ਸ਼ਗਨ ਤੇ ਕੁਸ਼ਗਨ ਜਾਣਿਆ ਨਹੀਂ ਸੀ ਜਾ ਸਕਦਾ, ਕਿਉਂਕਿ ਜਿੰਨੇ ਵੀ ਬਾਲਕ ਪੈਦਾ ਹੋਏ ਨੇ, ਅਨੰਤ ਬਾਲ ਜਨਮਤ ਸਭ ਰੋਤੇ, ਜਿੰਨੇ ਬਾਲਕ ਪੈਦਾ ਹੋਏ ਤੇ ਹੁੰਦੇ ਨੇ ਸਾਰੇ ਰੋਂਦੇ ਹੀ ਪੈਦਾ ਹੁੰਦੇ ਨੇ, ਰੋਂਦੇ ਹੀ। ਹਾਂਜੀ, ਵਿਕਸਤ ਹੈ ਇਹ ਜਿਉ ਆਨੰਦ ਹੋਤੇ, ਇਹ ਇਸ ਤਰ੍ਹਾਂ ਹੱਸ ਕੇ ਮਿਲਿਆ ਹੈ। ਬੜਾ ਚਰਚ ਬਾਲਕ ਹੈ, ਬੜੇ ਚਰਚਦਾ ਨਾਲ ਬਾਲਕ ਹੱਸ ਰਿਹਾ ਸੀ। ਸਾਰੇ ਬੱਚੇ ਰੋਂਦੇ ਪੈਦਾ ਹੁੰਦੇ ਨੇ। ਅਲਪ ਬੁੱਧ ਕਿਉ ਧਾਏ ਲਖਾਹੀ, ਜਿਵੇਂ ਬੜਾ ਆਨੰਦ ਰਿਹਾ ਹੋਵੇ, ਥੋੜੀ ਬੁੱਧੀ ਵਾਲੀ ਦਾਈ ਕਿਵੇਂ ਸਮਝ ਸਕਦੀ ਸੀ ਆ? ਹਾਂਜੀ, ਜਨਮ ਮਰਨ ਇਸ ਪੀਰਾ ਨਾਹੀ, ਉਹ ਦਾਈ ਕਿਵੇਂ ਸਮਝ ਸਕਦੀ ਸੀ ਕਿ ਜਿਹੜੇ ਬਾਲਕ ਪੈਦਾ ਹੁੰਦੇ ਨੇ ਉਹ ਪੀੜਾ ਲੈ ਕੇ ਪੈਦਾ ਹੁੰਦੇ ਨੇ। ਪਰ ਇਸ ਸੁੰਦਰ ਬਾਲਕ ਨੂੰ ਜਨਮ ਮਰਨ ਦੀ ਪੀੜ ਨਹੀਂ, ਭਾਵ ਜੰਮਣ ਮਰਨ ਦੀਆਂ ਪੀੜਾਂ ਤੋਂ ਰਹਿਤ ਹੈ। ਦਾਸੀ ਦੌੜਦਈ ਸੁਧ ਕਾਲੂ, ਦਾਸੀ ਨੇ ਦੌੜ ਕੇ ਬਾਬੇ ਕਾਲੂ ਨੂੰ ਖੁਸ਼ਖਬਰੀ ਸੁਣਾਈ। ਕੀ ਆਖਿਆ? ਵਧਾਈ ਆਨੰਦ ਬਸਾਲੂ, ਕਿਆ ਮਹਿਤਾ ਕਾਲੂ ਤੈਨੂੰ ਵਧਾਈ ਹੋਵੇ, ਵਧਾਈ ਲੈ, ਵਧਾਈ ਲੈ। ਜਦੋਂ ਕਿਤੇ ਇਤਿਹਾਸ ਦੱਸਦਾ ਹੈ ਦਾਈ ਦੌਲਤਾਂ ਮਿਲਦੀ ਸੀ ਨਾ ਮਹਿਤਾ ਕਾਲੂ ਜੀ ਨੂੰ, ਗਾਏ ਬਗਾਏ ਮਿਲਣਾ ਤੇ ਆਖਣਾ, ਕਾਲੂ ਅੱਗੇ ਤੇਰੇ ਘਰ ਧੀ ਨੇ ਜਨਮ ਲਿਆ ਸੀ, ਤੂੰ ਮੇਰੀਆਂ ਝੋਲੀਆਂ ਧਨ ਦੌਲਤ ਦੇ ਨਾਲ ਭਰ ਦਿੱਤੀਆਂ ਸਨ, ਬਹੁਤ ਅਨਾਜ ਦਿੱਤਾ, ਬਹੁਤ ਮੈਨੂੰ ਪਦਾਰਥ ਦਿੱਤੇ, ਬਹੁਤ ਬਸਤਰ ਦਿੱਤੇ, ਪਰ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਕਿ ਹੁਣ ਪ੍ਰਮਾਤਮਾ ਨੇ ਤੇਰੇ ਘਰ ਅੱਗੇ ਧੀ ਦਿੱਤੀ ਹੈ, ਹੁਣ ਪ੍ਰਮਾਤਮਾ ਨੇ ਤੇਰੇ ਘਰ ਪੁੱਤਰ ਦੇਣਾ ਹੈ। ਤੇ ਯਾਦ ਰੱਖੀ ਮਹਿਤਾ ਕਾਲੂ, ਜਦੋਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਤੇਰੇ ਘਰ ਪੁੱਤਰ ਨਿਵਾਜ ਕੇ ਤੇਰੇ ਘਰ ਨੂੰ ਭਾਗ ਲਾਏ ਨਾ, ਹੁਣ ਮੈਂ ਤੇਰੇ ਕੋਲੋਂ ਤੇਰੇ ਦਿੱਤੇ ਹੋਏ ਪਦਾਰਥ ਨਹੀਂ ਲੈਣੇ, ਮੈਂ ਆਪਣੇ ਮੂੰਹ ਮੰਗੇ ਪਦਾਰਥ, ਤੇਰੀ ਮਰਜ਼ੀ ਦੇ ਪਦਾਰਥ ਨਹੀਂ ਮੈਂ ਲੈਣੇ, ਮੈਂ ਮੂੰਹ ਮੰਗ ਕੇ ਪਦਾਰਥ ਲੈਣੇ ਨੇ। ਤੇ ਮਹਿਤਾ ਕਾਲੂ ਜੀ ਨੇ ਵੀ ਹੱਸ ਛੱਡਣਾ, ਕਹਿਣਾ, ਦਾਈ ਦੌਲਤਾਂ ਜਦੋਂ ਪ੍ਰਮਾਤਮਾ ਨੇ ਭਾਗ ਲਾਏ ਆਪਣੀਆਂ ਸੱਧਰਾਂ ਪੂਰੀਆਂ ਕਰ ਲਈਆਂ। ਜਦੋਂ ਦਾਈ ਦੌਲਤਾਂ ਨੂੰ ਲੈ ਕੇ ਆਏ ਨਾ ਘਰ ਵਿੱਚ, ਤੇ ਜਦੋਂ ਆਈ ਸੀ ਦਾਈ ਦੌਲਤਾਂ, ਉਹਦੀ ਅਵਸਥਾ ਕੁਝ ਹੋਰ ਸੀ। ਉਦੋਂ ਉਹਦੇ ਅੰਦਰ ਪਦਾਰਥਾਂ ਦੀ ਭੁੱਖ ਸੀ। ਮਹਿਤਾ ਕਾਲੂ ਜੀ ਨੂੰ ਕਹਿਣ ਲੱਗੀ, ਆਪਣਾ ਬਚਨ ਯਾਦ ਹੈ ਨਾ? ਮਹਿਤਾ ਕਾਲੂ ਜੀ ਕਹਿਣ ਲੱਗੇ, ਹਾਂ ਦਾਈ ਦੌਲਤਾਂ ਯਾਦ ਹੈ, ਤੂੰ ਮੈਨੂੰ ਖੁਸ਼ਖਬਰੀ ਦੇ, ਤੇਰੇ ਘਰ ਮੈਂ ਸੋਨੇ ਚਾਂਦੀ ਦੇ ਨਾਲ ਭਰ ਦਿਆਂਗਾ, ਤੈਨੂੰ ਮੰਗਣ ਦੀ ਲੋੜ ਨਹੀਂ ਰਵੇਗੀ, ਤੇਰਾ ਐਸਾ ਘਰ ਮੈਂ ਪਦਾਰਥਾਂ ਦੇ ਨਾਲ ਭਰ ਦਿਆਂਗਾ, ਜੋ ਤੂੰ ਮੂੰਹ ਤੋਂ ਮੰਗੇਗੀ ਮੈਂ ਤੈਨੂੰ ਦਵਾਂਗਾ। ਜਦੋਂ ਤੂੰ ਕਹੇਂਗੀ ਨਾ ਬਸ ਕਰ, ਉਦੋਂ ਮੈਂ ਕਹਿੰਦੇ ਤੈਨੂੰ ਦੇਣਾ ਬਸ ਕਰਾਂਗਾ, ਤੂੰ ਮੈਨੂੰ ਖੁਸ਼ਖਬਰੀ ਦੇ। ਜਦੋਂ ਦਾਈ ਦੌਲਤਾਂ ਘਰ ਵਿੱਚ ਆਈ, ਉਦੋਂ ਉਹਦੀ ਅਵਸਥਾ ਭਿਖਾਰੀਆਂ ਵਾਲੀ ਸੀ, ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਉਹਦੇ ਹੱਥਾਂ ਨੇ ਸਪਰਸ਼ ਕੀਤਾ, ਉਹਦੇ ਕਪਾਟ ਖੁੱਲ ਗਏ। ਇਤਿਹਾਸ ਦੱਸਦਾ ਹੈ ਕਿ ਦਾਈ ਦੌਲਤਾਂ ਦੀ ਜਿਹੜੀ ਅੰਦਰ ਦੀ ਮੰਗਤਿਆਂ ਵਾਲੀ ਅਵਸਥਾ ਸੀ ਉਹ ਜਾਂਦੀ ਰਹੀ, ਹੁਣ ਇਹਦੇ ਅੰਦਰ ਬਾਦਸ਼ਾਹਾਂ ਵਾਲੀ ਅਵਸਥਾ ਪੈਦਾ ਹੋ ਗਈ। ਜਦੋਂ ਦੌੜ ਕੇ ਦਾਈ ਦੌਲਤਾਂ ਕਾਲੂ ਨੂੰ ਖਬਰ ਸੁਣਾਈ, ਕਾਲੂ ਤੈਨੂੰ ਵਧਾਈ ਹੋਵੇ, ਤਾਂ ਆਖਿਆ ਖੋਲ ਚਾਦਰ, ਆ ਵੇਖ ਕਿੰਨੇ ਪਦਾਰਥ ਰੱਖੇ ਨੇ, ਕਿੰਨੀ ਧਨ ਦੌਲਤ, ਕਿੰਨੇ ਸੋਨੇ ਚਾਂਦੀ ਦੇ ਸਿੱਕੇ ਰੱਖੇ ਨੇ। ਆਖਿਆ ਨਹੀਂ। ਦਾਈ ਦੌਲਤ ਕਹਿਣ ਲੱਗੀ, ਨਹੀਂ, ਅੱਜ ਤਾਂ ਮੇਰਾ ਦਿਲ ਕਰਦਾ ਹੈ ਕਿ ਜੋ ਮੇਰੇ ਕੋਲ ਪ੍ਰਮਾਤਮਾ ਨੇ ਮੈਨੂੰ ਕੁਝ ਦਿੱਤਾ ਹੈ ਨਾ, ਉਹ ਵੀ ਮੈਂ ਇਸ ਬਾਲਕ ਦੇ ਚਰਨਾਂ ਤੋਂ ਵਾਰ ਕੇ ਤੇ ਲੁਟਾ ਦਿਆਂ। ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੂਹੇ ਆਈ ਸੀ ਅਵਸਥਾ ਮੰਗਤਿਆਂ ਵਾਲੀ, ਭਿਖਾਰੀਆਂ ਵਾਲੀ ਸੀ, ਪਰ ਜਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਦਾਈ ਦੌਲਤਾਂ ਦੀ ਅਵਸਥਾ ਬਾਦਸ਼ਾਹਾਂ ਵਾਲੀ ਬਣ ਗਈ। ਆਖਿਆ, ਕਾਲੂ ਦਾਸੀ ਦੌਰ ਦਈ ਸੁਧ ਕਾਲੂ, ਲਿਹੋ ਵਧਾਈ ਆਨੰਦ ਬਿਸਾਲੂ।
ਕਹਿੰਦੇ ਬੜਾ ਆਨੰਦ ਮੰਗਲ ਹੋਇਆ। ਆਖਿਆ ਤੁਹਾਨੂੰ ਸਾਰੇ ਪਰਿਵਾਰ ਨੂੰ ਵਧਾਈ ਹੋਵੇ, ਵਧਾਈ ਹੋਵੇ। ਹਾਂਜੀ, ਆਤਮਾਨ ਪਾਤਾਤ ਤੁਮਾਰੀ ਤੁਹਾਡੇ ਘਰ ਸੁੰਦਰ ਪੁੱਤਰ ਆਇਆ ਹੈ। ਮੰਗਲ ਕਰੋ ਬਿਵਦ ਪ੍ਰਕਾਰੇ ਹੁਣ ਅਨੇਕ ਤਰ੍ਹਾਂ ਦੇ ਮੰਗਲ ਕਰੋ, ਖੁਸ਼ੀਆਂ ਦੇ ਗੀਤ ਗਾਓ। ਤੋ ਭਜਨ ਕੇ ਸੁਨ ਕਰ ਬੈਨਾ ਜਦ ਕਾਲੂ ਜੀ ਨੇ ਪੁੱਤਰ ਦੇ ਜਨਮ ਦੀ ਖਬਰ ਸੁਣੀ, ਮਨੋ ਜਗਤ ਸੁਖ ਪ੍ਰਾਪਤ ਹੈ ਨਾ। ਉਹਨਾਂ ਮਨ ਵਿੱਚ ਬੜਾ ਸੁਖ ਪ੍ਰਾਪਤ ਕੀਤਾ। ਜਨਮ ਰੰਕ ਜੋ ਸਦਨ ਸੰਤਾਨਾ ਜਿਵੇਂ ਜਨਮ ਦੇ ਕੰਗਾਲ ਦੇ ਘਰ ਕਲਪ ਬ੍ਰਿਸ਼ ਉਗ ਪਿਆ ਹੋਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀ ਖੁਸ਼ੀ ਪ੍ਰਾਪਤ ਹੋਈ ਕਿ ਜਿਹੜਾ ਜਨਮਾਂ ਜਨਮਾਤਰਾਂ ਦਾ ਮਨੁੱਖ ਕੰਗਾਲ ਹੈ ਨਾ, ਉਹਦੇ ਘਰ ਜਿਵੇਂ ਕਲਪ ਬ੍ਰਿਸ਼ ਉਗ ਗਿਆ ਹੋਵੇ, ਇੰਨੀ ਖੁਸ਼ੀ ਪ੍ਰਾਪਤ ਹੋਈ। ਹਾਂਜੀ, ਆਣ ਲੱਗਿਓ ਤੇ ਔਰ ਹਰ ਖਾਨਾ ਉਹਨਾਂ ਦੇ ਹਿਰਦੇ ਵਿੱਚ ਇੰਨੀ ਖੁਸ਼ੀ ਅਨੁਭਵ ਕੀਤੀ। ਤੋ ਪਏ ਜਸ ਪਦ ਜਾਏ ਕੀ ਇਸ਼ਨਾਨਾ। ਮਹਿਤਾ ਕਾਲੂ ਜੀ ਨੇ ਨਾ ਵੇਦਾਂ ਦੇ ਅਨੁਸਾਰ, ਵੇਦਾਂ ਦੀ ਰੀਤੀ ਅਨੁਸਾਰ ਇਸ਼ਨਾਨ ਕੀਤਾ। ਕਿਵੇਂ? ਵਸਤਰਨ ਜੋਤ ਜੋ ਵੇਦ ਬਖਾਨਾ ਵਸਤਰਾਂ ਸਮੇਤ ਇਸ਼ਨਾਨ ਕੀਤਾ, ਜਿਵੇਂ ਵੇਦਾਂ ਦੀ ਰੀਤੀ ਸੀ। ਹਾਂਜੀ, ਪਰਮੇਸ਼ਰ ਕੋ ਕਰ ਧਿਆਨਾ ਫਿਰ ਪਰਮੇਸ਼ਰ ਵੱਲ ਧਿਆਨ ਧਰ ਕੇ ਸਮਾਧੀ ਲਾ ਕੇ ਬੰਦਨ ਕਰੇ ਬੰਦ ਜੁਗ ਪਾਨਾ। ਹੱਥ ਜੋੜ ਕੇ ਦੋਵੇਂ ਬੰਦਨਾ ਕਰਨ ਲੱਗ ਪਏ, ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਪਏ। ਬਿਦ ਜਨਮ ਭਇਓ ਜਗ ਹੋਰ ਕੋ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵਿਧੀ ਦੇ ਅਨੁਸਾਰ ਸਤਿਗੁਰੂ ਜੀ ਇਸ ਜਗਤ ਵਿੱਚ ਅਵਤਾਰ ਧਾਰਿਆ। ਹਾਂਜੀ, ਸੁਖ ਦੇਵਨ ਭਗਤ ਭਗਤਨ ਪੁਨ ਧਰ ਕੋ। ਜਿਨ੍ਹਾਂ ਨੇ ਇਸ ਧਰਤੀ ਤੇ ਭਗਤਾਂ ਨੂੰ ਸੁਖੀ ਕੀਤਾ। ਅੱਗੇ ਜਿਉ ਜਿਉ ਭਇਓ ਉਸ਼ਾਹੂ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ, ਜਿਵੇਂ ਅੱਗੇ ਅੱਗੇ ਉਤਸ਼ਾਹ ਹੋਇਆ, ਖੁਸ਼ੀਆਂ ਦੇ ਖੇੜੇ ਵਾਪਰਦੇ ਰਹੇ। ਕਹਿੰਦੇ ਇਸ ਪ੍ਰਕਾਰ ਸੁਨੋ ਕਥਾ ਪਵੜ ਰੁਜ ਦਾਹੂ। ਆਖਿਆ ਸੱਚੇ ਪਾਤਸ਼ਾਹ ਤੁਸੀਂ ਇਸ ਸੰਸਾਰ ਦੇ ਵੱਡੇ ਵੱਡੇ ਰੋਗਾਂ ਦਾ ਨਾਸ਼ ਕਰਨ ਵਾਲੀ ਕਥਾ ਸੁਣਦੇ ਰਹੋ। ਵੇਖੋ ਕਿੰਨਾ ਪਿਆਰ ਹੈ ਨਾ ਕਥਾ ਦੇ ਵਿੱਚ, ਕਿ ਸੰਸਾਰ ਦੇ ਵੱਡੇ ਵੱਡੇ ਰੋਗਾਂ ਦਾ ਨਾਸ਼ ਕਰਨ ਵਾਲੀ ਕਥਾ ਸੁਣਦੇ ਰਹੋ। ਜਿਵੇਂ ਜਿਵੇਂ ਖੁਸ਼ੀਆਂ ਦੇ ਖੇੜੇ ਵਾਪਰਨਗੇ। ਹੁਣ ਅੱਗੇ ਚੌਥਾ ਅਧਿਆਇ ਆਰੰਭ ਹੋਇਆ। ਕਬਿਤ ਆਂਦ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ ਰੁਕਤ ਭਾਰਤ ਕੀ ਸਮਝ ਨ ਆਵੇ। ਭਾਈ ਸੰਤੋਖ ਸਿੰਘ ਜੀ ਹੁਣ ਕਾਵ ਰਚਨਾ ਜਦੋਂ ਰਚਨ ਲੱਗਦੇ ਨੇ, ਇਤਿਹਾਸ ਲਿਖਣ ਲੱਗਦੇ ਨੇ, ਇੱਕ ਮੰਗਲਾਚਰਨ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮੈਨੂੰ ਆਪਣੀ ਕਵਿਤਾ ਵਿੱਚ ਪੈ ਰਹੇ ਦੋਸ਼ਾਂ ਦੀ, ਜਿਵੇਂ ਅੰਨੀ ਬੋਲੀ ਪਿੰਗਲੀ ਨੰਗੀ ਮਰੀ ਹੋਈ ਦੁਰਾਈ ਅਰਥਹੀਣਤਾ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਕਰਦੇ ਨੇ। ਵੈਰ ਦੇਸ ਕਾਲ ਗਨ ਅਗਨ ਨਵਹਿ ਰਸ ਬਿਫਤਾ ਰੰਕਾਰ ਹੂੰ ਕੋ ਭੇਦ ਨਹਿ ਪਾਵਈ। ਆਖਿਆ ਮੇਰੀ ਕਵਿਤਾ ਦੇ ਵਿੱਚ ਜਿਵੇਂ ਕਾਲ ਦੇ ਵੈਰ ਗਨ ਅਗਨ ਦੀ ਸਮਝ ਨਹੀਂ ਆ ਰਹੀ, ਇਸ ਤਰ੍ਹਾਂ ਕਵਿਤਾ ਦੇ ਭੂਖਣਾਂ ਨੂੰ ਨਿਭਾਉਣ ਵਿੱਚ ਜਿਵੇਂ ਕਿ 9 ਰਸਾਂ ਦੇ ਭਿੰਨ ਭਿੰਨ ਪ੍ਰਕਾਰ ਹਨ, 9 ਰਸਾਂ ਦੇ। ਸੱਚੇ ਪਾਤਸ਼ਾਹ ਉਸੇ ਤਰ੍ਹਾਂ ਮੇਰੇ ਤੇ ਕਿਰਪਾ ਕਰੋ, ਮੈਨੂੰ ਭੇਦ ਨਹੀਂ ਹੈ 9 ਰਸਾਂ ਦਾ। ਕਵਿਤਾ ਦੇ 9 ਰਸ ਨੇ, 9 ਰਸਾਂ ਦੇ ਭਿੰਨ ਭਿੰਨ ਪ੍ਰਕਾਰ ਦੇ ਅਲੰਕਾਰਾਂ ਦਾ ਬਿਆਨ ਕਰਨ ਦਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਨੂੰ ਗਿਆਨ ਨਹੀਂ ਹੈ। ਹੇ ਪ੍ਰਮਾਤਮਾ ਕਿਰਪਾ ਕਰ। ਕੋ ਗੁਣ ਹੈਨ ਮੈਂ ਭਨਤ ਮਦ ਜਨ ਮਨ ਗੁਨੀਅਨ ਹਾਸ ਜੋਗ ਅਟਪਟ ਜਾਵੇ। ਇਸ ਕਰਕੇ ਮੇਰੀ ਕਵਿਤਾ ਵਿੱਚ ਕੋਈ ਗੁਣ ਨਹੀਂ ਹੈ। ਹੇ ਗੁਣਵਾਨ ਸੱਜਣੋ, ਮੈਂ ਆਪ ਕਹਿ ਰਿਹਾ, ਤੁਸੀਂ ਜਾਣਦੇ ਹੋ ਕਿ ਮੇਰੀ ਕਵਿਤਾ ਅਟਪਟੀ ਤੇ ਹਾਸੋਹੀਣੀ ਹੈ। ਏਕ ਗੁਣ ਜਾਮੇ ਸੁਬਿਦਤ ਸੁਰਤ ਸੰਤ ਸੁਨੋ ਸਤਿਗੁਰੂ ਕੀਰਤ ਸੁ ਨਿਰਮਲ ਭਾਵੇ। ਪਰ ਕਹਿੰਦੇ ਇਹ ਮੇਰੀ ਕਵਿਤਾ ਦੇ ਵਿੱਚ ਇੱਕ ਗੁਣ ਜ਼ਰੂਰ ਹੈ, ਇਸ ਵਿੱਚ ਜ਼ਰੂਰ ਹੈ ਇੱਕ ਗੁਣ। ਹੇ ਸੰਤ ਜਨੋ, ਇਸ ਵਿੱਚ ਸਤਿਗੁਰੂ ਜੀ ਦੀ ਕੀਰਤੀ ਤੇ ਨਿਰਮਲ ਤੇ ਮਨ ਨੂੰ ਭਾਉਣ ਵਾਲੀ ਹੈ ਕਵਿਤਾ। ਹੋਰ ਕੋਈ ਗੁਣ ਨਹੀਂ ਮੇਰੀ ਕਵਿਤਾ ਦੇ ਵਿੱਚ। ਅਟਪਟੀ ਤੇ ਹਾਸੋਹੀਣੀ ਕਵਿਤਾ ਮੈਂ ਰਚ ਰਿਹਾ, ਸਾਰੀ ਔਗਣਾਂ ਨਾਲ ਭਰੀ ਹੋਈ ਹੈ, ਸਾਰੀ ਦੋਸ਼ਾਂ ਨਾਲ ਭਰੀ ਹੋਈ ਹੈ। ਅੰਨੀ ਹੈ, ਬੋਲੀ ਹੈ, ਪਿੰਗਲੀ ਹੈ, ਨੰਗੀ ਮਰੀ ਹੋਈ ਹੈ, ਅਰਥਹੀਣ ਹੈ। ਕਹਿੰਦੇ ਪਰ ਇਹਦੇ ਵਿੱਚ ਇੱਕ ਗੁਣ ਹੈ ਕਿ ਮੇਰੀ ਕਵਿਤਾ ਇਸ ਵਿੱਚ ਸਤਿਗੁਰੂ ਜੀ ਦੀ ਕੀਰਤੀ ਤੇ ਨਿਰਮਲ ਤੇ ਮਨ ਨੂੰ ਭਾਉਣ ਵਾਲੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ, ਦੋਹਰਾ ਨੋਰਾ ਸੁਰਸੁਰ ਬਕਰਗਤ ਗੁਣੀ ਨਾ ਗੁਣ ਜਾਣ। ਗੰਗਾ ਦਰਿਆ ਦਾ ਪ੍ਰਵਾਹ ਵਿੰਗਾ ਟੇਢਾ ਚੱਲਦਾ ਹੈ, ਇਹ ਕੋਈ ਗੁਣ ਨਹੀਂ, ਔਗਣ ਹੀ ਹੈ। ਗੰਗਾ ਜਲ ਦਾ ਨੌਰਾ ਦੇ ਅਰਥ ਨੇ ਗੰਗਾ ਦਰਿਆ, ਸੁਰਸਰ ਸੁਰਸਰੀ, ਵਿੰਗਾ ਟੇਢਾ ਪਾਣੀ ਚੱਲਦਾ ਹੈ,
ਪਰ ਫੇਰ ਵੀ ਲੋਕ ਬੜੇ ਸਤਿਕਾਰ ਨਾਲ ਇਸ ਵਿੱਚ ਇਸ਼ਨਾਨ ਕਰਦੇ ਹਨ, ਉਹਦੇ ਔਗਣ ਨਹੀਂ ਚਿਤਾਰਦੇ। ਆਦਰ ਸੋਤੇ ਮੈਂ ਸਦਾ ਕਰਹਿ ਪਾਨ ਇਸ਼ਨਾਨ। ਪਰ ਇਸ ਵਿੱਚ ਇਸ਼ਨਾਨ ਕਰਦੇ ਨੇ, ਭਾਵੇਂ ਵਿੰਗਾ ਟੇਢਾ ਦਰਿਆਵਾਂ ਦਾ ਪਾਣੀ ਚੱਲਦਾ ਹੈ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਤਰ੍ਹਾਂ, ਮੇਰੀ ਕਵਿਤਾ ਵਿੱਚ ਵੀ ਛੰਦਾਬੰਦੀ ਵਿੱਚ ਕੁਝ ਔਗਣ ਹੋਣਗੇ, ਪਰ ਮੇਰਾ ਪ੍ਰਯੋਜਨ ਸਤਿਗੁਰ ਦੀ ਕੀਰਤੀ ਹੈ। ਇਸ ਲਈ ਵਿਦਵਾਨ ਲੋਕੋ, ਮੇਰੇ ਔਗਣਾਂ ਨੂੰ ਚਿਤਾਰਨ ਦੀ ਥਾਂ ਸਤਿਗੁਰੂ ਦੀ ਕੀਰਤੀ ਰੂਪੀ ਰੰਗਾਂ ਵਿੱਚ ਇਸ਼ਨਾਨ ਕਰਨਾ। ਕੀਰਤੀ ਰੂਪੀ ਰੰਗਾਂ ਵਿੱਚ ਇਸ਼ਨਾਨ ਕਰਿਓ। ਜਿਵੇਂ ਦਰਿਆ ਵਿੰਗਾ ਟੇਢਾ ਚੱਲਦਾ ਹੈ, ਨਦੀਆਂ ਵਿੰਗੀਆਂ ਟੇਢੀਆਂ ਚੱਲਦੀਆਂ ਨੇ, ਸਿੱਧੀਆਂ ਨਹੀਂ ਚੱਲਦੀਆਂ, ਤੇ ਲੋਕ ਫਿਰ ਵੀ ਬੜੇ ਸਤਿਕਾਰ ਨਾਲ ਉਸ ਵਿੱਚ ਇਸ਼ਨਾਨ ਕਰਦੇ ਨੇ। ਮੇਰੀ ਕਵਿਤਾ ਵੀ ਕਹਿੰਦੇ ਵਿੰਗੀ ਟੇਢੀ ਹੈ, ਬੜੇ ਔਗਣ ਨੇ। ਜੋ ਮੈਂ ਇਤਿਹਾਸ ਲਿਖ ਰਿਹਾ ਵੀ ਵਿੰਗਾ ਟੇਢਾ ਹੀ ਹੈ, ਪਰ ਅਨੇਕਾਂ ਔਗਣ ਹੋਣਗੇ। ਪਰ ਮੇਰਾ ਪ੍ਰਯੋਜਨ ਕਹਿੰਦੇ, ਮੇਰਾ ਜਿਹੜਾ ਮਨੋਰਥ ਹੈ ਉਹ ਸਤਿਗੁਰੂ ਦੀ ਕੀਰਤੀ ਹੈ। ਇਸ ਕਰਕੇ ਔਗਣਾਂ ਨੂੰ ਚਿਤਾਰਨ ਦੀ ਥਾਂ, ਔਗਣ ਫੋਲਣ ਦੀ ਥਾਂ ਸਤਿਗੁਰੂ ਦੀ ਕੀਰਤੀ ਰੂਪੀ ਰੰਗਾਂ ਵਿੱਚ ਇਸ਼ਨਾਨ ਕਰਨ ਸਾਰੇ ਸਰੋਤੇ। ਅੱਗੇ ਸ਼੍ਰੀ ਬਾਲਾ ਸੁੰਦਰ ਵਾਚ ਆਰੰਭ ਹੁੰਦਾ ਹੈ। ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਐ। ਹੇ ਗੁਰੂ ਅੰਗਦ ਦੇਵ ਜੀ ਸੁਣੋ। ਹਾਂਜੀ, ਗੁਰ ਕਥਾ ਬਿਮਲ ਗੁਣ ਗੁਣੀਐ। ਗੁਰੂ ਨਾਨਕ ਦੇਵ ਜੀ ਦੀ ਨਿਰਮਲ ਕਥਾ ਸੁਣੋ। ਭਾਈ ਭੋਰਨ ਜੀ ਦਾਸ ਬੁਲਾਇਆ। ਜਦ ਸਵੇਰ ਹੋਈ ਤਾਂ ਮਹਿਤਾ ਕਾਲੂ ਨੇ ਆਪਣੇ ਨੌਕਰ ਨੂੰ ਬੁਲਾਇਆ, ਉਸ ਨੂੰ ਕਿਹਾ, ਜਿਤ ਪਰ ਸਦਨ ਜਾਹ ਤੂੰ ਧਾਇਆ। ਤੂੰ ਜਲਦੀ ਬ੍ਰਾਹਮਣ ਦੇ ਘਰ ਜਾ, ਘਰ ਨੂੰ ਜਾ, ਉਹਦੇ ਘਰ ਬ੍ਰਾਹਮਣ ਦੇ ਘਰ। ਦੇਵਕ ਜੋ ਹਰਦਿਆਲ ਪ੍ਰਬੀਨਾ। ਜਿਹੜਾ ਬ੍ਰਾਹਮਣ ਹਰਦਿਆਲ ਨਿਪੁੰਨ ਜੋਤਸ਼ੀ ਹੈ, ਆਨੋ ਤਾਹੇ ਵਿਲੰਬ ਬਹੀਨਾ। ਉਸ ਨੂੰ ਛੇਤੀ ਇੱਥੇ ਬੁਲਾ ਕੇ ਲਿਆ। ਸੁਨਤ ਦਾਸ ਬਿਜ ਸਦਨ ਇਹ ਸੁਜਾਈ। ਸੁਣ ਕੇ ਨੌਕਰ ਬ੍ਰਾਹਮਣ ਦੇ ਘਰ ਚਲਾ ਗਿਆ ਹਰਦਿਆਲ ਜੀ ਦੇ। ਘਰ ਪਰ ਤਿਸ਼ਟ ਗੁਹਾਰ ਸੁਨਾਈ। ਘਰ ਦੇ ਦਰਵਾਜ਼ੇ ਤੇ ਜਾ ਕੇ ਬ੍ਰਾਹਮਣ ਨੂੰ ਆਵਾਜ਼ ਮਾਰੀ। ਚੌਪਈ ਸਤਰਵਾ ਬਚਨ ਬਿਪਰ ਹਰਦਿਆਲਾ। ਉਹਦਾ ਜਿਹੜਾ ਬਚਨ ਸੀ ਨਾ, ਪੰਡਤ ਹਰਦਿਆਲ ਨੇ ਨੌਕਰ ਦੀ ਆਵਾਜ਼ ਸੁਣੀ। ਆਲੇ ਦਰ ਨਿਕਸਿਓ ਤਤਕਾਲਾ। ਆਪਣੇ ਘਰ ਤੋਂ ਬਾਹਰ ਨਿਕਲਿਆ, ਤਤਕਾਲ ਹੀ ਆਵਾਜ਼ ਸੁਣ ਕੇ ਹਰਦਿਆਲ ਪੰਡਤ ਦਿਜਜੂ ਕਾਲੂ ਮੁਝੇ ਪਠਾਇਆ। ਆਖਿਆ, ਦਿਜਜੂ ਬ੍ਰਾਹਮਣ ਜੀ, ਸਤਿਕਾਰਯੋਗ ਪੰਡਤ ਜੀ, ਮੈਨੂੰ ਕਾਲੂ ਨੇ ਤੁਹਾਡੇ ਵੱਲ ਭੇਜਿਆ ਹੈ। ਚਲੋ ਆਪ ਤਤਕਾਲ ਬੁਲਾਇਆ। ਛੇਤੀ ਚਲੋ, ਤੁਹਾਨੂੰ ਛੇਤੀ ਨਾਲ ਬੁਲਾਇਆ, ਤਤਕਾਲ ਹੀ ਚਲੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖਿਆ ਛੇਤੀ ਚਲੋ, ਮਹਿਤਾ ਕਾਲੂ ਜੀ ਨੇ ਤੁਹਾਨੂੰ ਬੁਲਾਇਆ ਹੈ। ਕਹਿ ਜਹੋਂ ਆਵੋ ਕਰ ਪੂਜਾ। ਬ੍ਰਾਹਮਣ ਕਹਿਣ ਲੱਗਾ, ਤੂੰ ਚੱਲ ਤੇ ਮੈਂ ਪੂਜਾ ਕਰਕੇ ਹੁਣੇ ਆਇਆ। ਬਾਰ ਕਰੋ ਨ ਕਾਰਜ ਦੂਜਾ। ਬ੍ਰਾਹਮਣ ਹਰਦਿਆਲ ਜੀ ਪੰਡਤ ਜੀ ਕਹਿਣ ਲੱਗੇ, ਮੈਂ ਕੋਈ ਹੋਰ ਦੂਸਰਾ ਕੰਮ ਨਹੀਂ ਕਰਾਂਗਾ, ਪੂਜਾ ਕਰਕੇ ਮੈਂ ਸਿੱਧਾ ਆ ਜਾਵਾਂਗਾ। ਉੱਤਰ ਕੋ ਤਹਿਸ਼ਨ ਦਾਸਾ। ਉਹ ਤੇਸ਼ਨ ਦਾਸਾ। ਬ੍ਰਾਹਮਣ ਦਾ ਉੱਤਰ ਸੁਣ ਕੇ ਨੌਕਰ ਘਰ ਨੂੰ ਚਲਾ ਗਿਆ। ਕਾਲੂ ਪਾਸ ਕਰੇ ਅਰਦਾਸਾ। ਮਹਿਤਾ ਕਾਲੂ ਜੀ ਪਾਸ ਜਾ ਕੇ ਬੇਨਤੀ ਕੀਤੀ। ਘਟੀ ਪਾਂਚ ਲੋਗ ਅਰੁਣਾ ਕਰਕੇ। ਕਹਿੰਦੇ ਪੰਜਵੀਂ ਘੜੀ ਪੂਜਾ ਕਰਕੇ ਬ੍ਰਾਹਮਣ ਹਾਂਜੀ ਆਇਓ ਦਿਵਜ ਸ਼ੁਭ ਸਗਨ ਵਿਚਾਰ। ਸ਼ੁਭ ਸ਼ਗਨ ਵਿਚਾਰ ਕੇ ਆਇਆ ਮਹਿਤਾ ਕਾਲੂ ਜੀ ਦੇ ਕੋਲ। ਕਾਲੂ ਕੋ ਸਵਸਥ ਤੈਨ ਸੁਨਾਇਓ। ਕਾਲੂ ਜੀ ਨੂੰ ਆਸ਼ੀਰਵਾਦ ਦਿੱਤਾ ਆ ਕੇ। ਹਾਂਜੀ, ਵੇਖੋ ਸ਼ਾਹ ਕੋ ਉਰਹ ਉਦਸਾਇਓ। ਘਰ ਵਿੱਚ ਖੁਸ਼ੀਆਂ ਵੇਖ ਕੇ ਬੜਾ ਖੁਸ਼ ਹੋਇਆ, ਬਹੁਤ ਪ੍ਰਸੰਨ ਹੋਇਆ ਕਾਲੂ। ਬ੍ਰਾਹਮਣ ਦੋਹਰਾ ਦਿਜਬਰ ਕੋਲ ਅਜਰ ਮਹਿ ਸਾਦਰ ਆਸਨ ਦਾਸ। ਬ੍ਰਾਹਮਣ ਨੂੰ ਵਿਹੜੇ ਵਿੱਚ ਲੈ ਗਿਆ ਤੇ ਆਦਰ ਨਾਲ ਆਸਨ ਡਾਇਆ ਕਾਲੂ ਜੀ ਨੇ। ਬਿਠਾਇਓ ਬੋ ਭਾਉ ਕਰ ਆਪ ਬੈਸਤ ਸਪਾਸ। ਬੜੇ ਪ੍ਰੇਮ ਨਾਲ ਉਸ ਨੂੰ ਬਿਠਾਇਆ ਤੇ ਆਪ ਵੀ ਮੰਜੇ ਦੇ ਉਸ ਦੇ ਕੋਲ ਬੈਠ ਗਏ ਕਾਲੂ ਜੀ। ਚੌਪਈ ਕਹਿ ਕਾਲੂ ਸੁਨ ਸਰੋਣ ਦਿਜ ਜੋ। ਮਹਿਤਾ ਕਾਲੂ ਜੀ ਕਹਿਣ ਲੱਗੇ, ਹੇ ਬ੍ਰਾਹਮਣ ਜੀ, ਸ੍ਰੇਸ਼ਟ ਬ੍ਰਾਹਮਣ ਜੀ, ਮੇਰੀ ਗੱਲ ਸੁਣੋ। ਦਇਓ ਸਦਨ ਮਮਤਾ ਤਕ ਬਿੰਦੂ। ਮੈਨੂੰ ਪੁੱਤਰ ਦੀ ਦਾਤ ਪ੍ਰਮਾਤਮਾ ਨੇ ਬਖਸ਼ੀ ਹੈ, ਪ੍ਰਭੂ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਮੁਝ ਪਰ ਨਿਜ ਅਨਕੰਪਾ ਧਾਰੋ। ਮੇਰੇ ਤੇ ਕਿਰਪਾ ਕਰੋ। ਸੋਧ ਮਹੂਰਤ ਲਗਨ ਵਿਚਾਰੋ। ਲਗਨ ਸੋਧ ਕੇ ਮੁਹੂਰਤ ਦੀ ਵਿਚਾਰ ਕਰੋ। ਭੇਦ ਸੁਭਾ ਸ਼ੁਭ ਸਭ ਲਖ ਦੀਜੈ। ਚੰਗੇ ਮੰਦੇ ਦੇ ਭੇਦ ਨੂੰ ਸਮਝ ਲਵੋ। ਪਤਰੀ ਇਸ ਕੀ ਲਿਖ ਦੀਜੈ। ਬਾਲਕ ਦੀ ਜਨਮ ਪੱਤਰੀ ਲਿਖ ਦੇਵੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਉਸ ਸਮੇਂ ਬੇਦੀ ਕੁਲ ਦੀ ਰੀਤ ਸੀ, ਉਹ ਸੰਸਾਰ ਮਹਿਤਾ ਕਾਲੂ ਜੀ ਚੱਲ ਰਹੇ ਨੇ।
ਹਾਂਜੀ। ਹੁਕਮ ਕਾਗਦ ਕਾਲੂ ਅਨਹੋ ਫਿਰ ਮਹਿਤਾ ਕਾਲੂ ਜੀ ਨੇ ਕੇਸਰ ਤੇ ਕਾਗਜ਼ ਲਿਆਂਦਾ। ਗਣਪਤ ਪੂਜ ਗ੍ਰਹਿਣ ਸਨਮਾਨੋ ਬ੍ਰਾਹਮਣ ਨੇ ਆਪਣੀ ਵਿਧੀ ਅਨੁਸਾਰ ਗਣਪਤ ਦੀ ਪੂਜਾ ਕਰਕੇ ਗ੍ਰਹਿਆਂ ਨੂੰ ਸਨਮਾਨਿਆ। ਬਾਲਕ ਸ਼ਬਦ ਲੈ ਜੋ ਜਨਮਾ ਬ੍ਰਾਹਮਣ ਕਹਿਣ ਲੱਗਾ ਕਿ ਬਾਲਕ ਨੇ ਜੋ ਸ਼ਬਦ ਲੈ ਕੇ ਜਨਮ ਲਿਆ ਹੈ, ਹਾਂਜੀ, ਉਹ ਸ਼ਬਦ ਸੁਣਾਓ ਸਰਵ ਉਹੀ ਸ਼ਬਦ ਮੇਰੇ ਕੰਨਾਂ ਵਿੱਚ ਪਾਓ ਜਿਹੜੇ ਸ਼ਬਦ ਨੂੰ ਲੈ ਕੇ ਜਨਮਿਆ ਹੈ। ਉਹ ਕਾਲ ਕਿਸ ਜਨਮ ਸੁਣਾਵੋ ਕਿਸ ਵਕਤ ਬਾਲਕ ਨੇ ਜਨਮ ਲਿਆ ਉਹ ਵੀ ਸਮਾਂ ਦੱਸੋ ਮੈਨੂੰ, ਹਾਂਜੀ। ਉਹ ਜੋ ਧਾਏ ਹਜੂਰ ਬੁਲਾਵੋ ਫਿਰ ਦਾਈ ਨੂੰ ਬੁਲਾ ਕੇ ਸਭ ਕੁਝ ਪੁੱਛੋ। ਤੇ ਨਾਨਕ ਕੀ ਦੌਲਤ ਦਾਈ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਸ਼੍ਰੀ ਨਾਨਕ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਦਾਈ ਸੀ ਦੌਲਤਾਂ, ਉਹਦਾ ਨਾਂ ਦੌਲਤਾਂ ਸੀ। ਸ਼੍ਰੀ ਨਾਨਕ ਕੀ ਦੌਲਤ ਦਾਈ ਸੋ ਕਾਲੂ ਤਤਕਾਲ ਬੁਲਾਈ, ਪਠੇ ਦਾਸ ਸਭ ਸੋਜ ਮੰਗਾਈ, ਜੋ ਜੋ ਦਿਜਬਰ ਦੀਨ ਰਜਾਈ। ਮੈਂ ਤਾਂ ਕਾਲੂ ਜੀ ਨੇ ਤੁਰੰਤ ਹੀ ਬੁਲਾ ਲਿਆ ਦਾਈ ਦੌਲਤਾ ਜੀ ਨੂੰ। ਨੌਕਰ ਨੂੰ ਭੇਜ ਕੇ ਸਾਰੀ ਸਮੱਗਰੀ ਮੰਗਾਈ, ਜਿਹੜੀਆਂ ਚੀਜ਼ਾਂ ਲਿਖਵਾਈਆਂ ਗਈਆਂ ਲਿਆਂਦੀਆਂ, ਜਿਨ੍ਹਾਂ ਨੂੰ ਲਿਆਉਣ ਲਈ ਬ੍ਰਾਹਮਣ ਨੇ ਆਗਿਆ ਕੀਤੀ ਸੀ। ਦੋਹਰਾ ਗ੍ਰਹਿ ਭੇਖ ਕੀ ਵਸਤ ਸਭ ਕਾਲੂ ਤਹਤੇ ਲਿਆਏ। ਕਹਿੰਦੇ ਗ੍ਰਹਿ ਭਖੇਕ ਕੀ ਵਸਤ ਸਭ ਕਾਲੂ ਤਹਤੇ ਲਿਆਏ। ਗ੍ਰਹਿ ਪੂਜਣ ਦੀਆਂ ਸਾਰੀਆਂ ਵਸਤੂਆਂ ਮਹਿਤਾ ਕਾਲੂ ਜੀ ਉੱਥੇ ਲੈ ਆਏ। ਬਹਿਰੋ ਬੈਸੋ ਪਾਸ ਬਿਪ ਬੰਦੇ ਬਚਨ ਅਲਾਏ। ਫਿਰ ਬ੍ਰਾਹਮਣ ਦੇ ਪਾਸ ਬੈਠ ਕੇ ਉਹਨਾਂ ਨੂੰ ਬਚਨ ਕਹੇ। ਚੌ ਪਈ ਘਟੀ ਏਕ ਜੋ ਜਾਮ ਤਰਜਾਮਾ, ਇੱਕ ਘੜੀ ਦੋ ਪੈਰ ਰਾਤ ਬੀਤੀ ਜਦ ਬਿਤੀ ਹੁਤੇ ਸਭਾਵ ਅਬਰਾਮਾ। ਉਸ ਸਮੇਂ ਸੁੰਦਰ ਬਾਲਕ ਨੇ ਜਨਮ ਲਿਆ। ਔਰ ਸ਼ਬਦ ਲੈ ਉਪਜਿਓ ਬਾਲਕ। ਫਿਰ ਬ੍ਰਾਹਮਣ ਦਾਈ ਨੂੰ ਪੁੱਛਣ ਲੱਗਾ ਕਿ ਕਿਹੜਾ ਸ਼ਬਦ ਲੈ ਕੇ ਪੈਦਾ ਹੋਏ ਸੀ, ਦਾਈ ਜੀ ਦੱਸੋ। ਭਾਏ ਬਤਾਵੋ ਸੋ ਤਤਕਾਲ ਕਾ, ਛੇਤੀ ਬਤਾਓ, ਛੇਤੀ ਦੱਸੋ ਕਿਹੜਾ ਸ਼ਬਦ ਲੈ ਕੇ ਪ੍ਰਕਾਸ਼ਮਨ ਹੋਇਆ ਹੈ। ਬੋਲੀ ਬਚਨ ਦੌਲਤਾ ਦਾਈ। ਇਹ ਦੌਲਤਾ ਦਾਈ ਕਹਿਣ ਲੱਗੀ, ਹੇ ਬ੍ਰਾਹਮਣ ਜੀ, ਬ੍ਰਾਹਮਣਾਂ ਦੇ ਰਾਜੇ, ਹੇ ਬ੍ਰਾਹਮਣਾਂ ਦੇ ਰਾਜੇ, ਹਾਂਜੀ, ਵਰਤਾਂਤ ਅਹੋਦ ਜਰਾਈ। ਸਾਰਾ ਵਰਤਾਂਤ ਮੈਥੋਂ ਸੁਣੋ। ਬਹੁਤ ਇਸ ਜਨਮੇ ਮਮ ਕਰ ਮਾਹੀ, ਬਹੁਤ ਇਸ ਜਨਮੇ ਮਮ ਕਰ ਮਾਹੀ, ਬਹੁਤ ਬਾਲਕਾਂ ਨੇ ਮੇਰੇ ਹੱਥਾਂ ਵਿੱਚ ਜਨਮ ਲਿਆ ਹੈ, ਅਚਰਜ ਕਬ ਦੇਖਿਓ ਨਾਹੀ। ਪਰ ਅਜਿਹਾ ਅਚਰਜ ਮੈਂ ਪਹਿਲਾਂ ਕਦੀ ਨਹੀਂ ਵੇਖਿਆ, ਹਾਂਜੀ। ਦੀਰਘ ਨਰ ਜੋ ਬਿਗਸ ਮਿਲੇ ਹੈ, ਜਿਵੇਂ ਵੱਡੇ ਮਨੁੱਖ ਖੁਸ਼ੀ ਨਾਲ ਹੱਸ ਕੇ ਮਿਲਦੇ ਨੇ ਨਾ ਇੱਕ ਦੂਜੇ ਨੂੰ, ਤਿਉ ਇਨ ਕੀਨੇ ਸ਼ਬਦ ਭਲੇ ਉਸ ਤਰ੍ਹਾਂ ਇਸ ਬਾਲਕ ਨੇ ਭਲੇ ਸ਼ਬਦ ਕੀਤੇ ਹਨ। ਸ਼ੁਭ ਲੱਛਣ ਸ਼ੁਭ ਅੰਗਣ ਮਾਹੀ, ਸ਼ੁਭ ਲੱਛਣ ਤੇ ਸ਼ੁਭ ਅੰਗਾਂ ਵਾਲਾ ਹੈ। ਆਣ ਨਰਨ ਜੋ ਨਰ ਇਨ ਨਾਹੀ। ਇਹ ਬਾਲਕ ਹੋਰ ਬਾਲਕਾਂ ਵਰਗਾ ਬਾਲਕ ਨਹੀਂ ਹੈ। ਸੋ ਸਤਿਗੁਰ ਕਿਰਪਾ ਕਰਨ, ਜਿਵੇਂ ਜਿਵੇਂ ਦਾਈ ਦੌਲਤ ਦੱਸਦੀ ਜਾਏਗੀ, ਸਤਿਗੁਰਾਂ ਦੀ ਜਨਮ ਪੱਤਰੀ ਜੋਤਿਸ਼ ਦੇ ਹਿਸਾਬ ਦੇ ਨਾਲ ਬ੍ਰਾਹਮਣ ਬਣਾਏਗਾ। ਸੋ ਇਹ ਸਾਰਾ ਪ੍ਰਸੰਗ ਆਪਾਂ ਅਗਲੇ ਸਮੇਂ ਅੰਦਰ ਸਰਵਣ ਕਰਾਂਗੇ। ਬੇਅੰਤ ਹੀ ਫੁੱਲਾਂ ਹੋਈਆਂ। ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਘਰ ਦਾਦਨਾ ਜਾਂ ਸੇਵਕ ਜਾਣ ਕੇ ਬਖਸ਼ ਲੈਣਾ ਜੀ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਹੜੇ ਬੜੇ ਅਦਬ ਸਤਿਕਾਰ ਸਹਿਤ ਕਥਾ ਸਰਵਣ ਕਰਦੇ ਨੇ। ਵੱਡਾ ਉਪਰਾਲਾ ਹੈ ਮੇਰੇ ਸਤਿਕਾਰਯੋਗ ਵੱਡੇ ਵੀਰ ਭਾਈ ਦੀਨ ਸਿੰਘ ਜੀ, ਜਿਨ੍ਹਾਂ ਨੇ ਸੰਗਤ ਦਾ ਮੇਲ ਕਰਾਇਆ। ਸੋ ਸਾਹਿਬ ਕਿਰਪਾ ਕਰਨ, ਸਭਨਾਂ ਦੇ ਪਰਿਵਾਰਾਂ ਅੰਦਰ ਸਤਿਗੁਰ ਜੀ ਸੁਖ ਸ਼ਾਂਤੀ ਵਰਤਾਉਣ। ਸਤਿਗੁਰਾਂ ਦੀ ਅਮਰ ਕਥਾ ਸਰਵਣ ਕਰਨ ਵਾਸਤੇ ਇਸੇ ਤਰ੍ਹਾਂ ਰੋਜ਼ਾਨਾ ਇੰਡੀਆ ਦੇ ਟਾਈਮ ਤੇ 7:30 ਤੋਂ 8 ਵਜੇ ਤੱਕ ਅੱਧਾ ਘੰਟਾ ਕਥਾ ਜਿਹੜੀ ਹੈ ਅਮਰ ਕਥਾ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੁਖ ਦੇਣ ਵਾਲੀ ਕਥਾ, ਦੁੱਖਾਂ ਦਾ ਨਾਸ਼ ਕਰਨ ਵਾਲੀ ਕਥਾ, ਹਿਰਦੇ ਅੰਦਰ ਪ੍ਰੇਮਾ ਭਗਤੀ ਪੈਦਾ ਕਰਨ ਵਾਲੀ ਕਥਾ, ਜੰਮਣ ਮਰਨ ਕੱਟਣ ਵਾਲੀ ਅਮਰ ਕਥਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਰਵਣ ਕਰਨ ਵਾਸਤੇ ਰੋਜ਼ਾਨਾ ਆਪਾਂ ਇਕਾਗਰ ਚਿੱਤ ਹੋ ਕੇ ਸਰਵਣ ਕਰੀਏ। ਅਖੀਰਲੀਆਂ ਪੰਕਤੀਆਂ ਆਪਾਂ ਸਰਵਣ ਕਰੀਏ ਜੀ। ਦੀਰਘ ਨਰ ਜੋ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਆਨ ਨਰਨ ਜੋ ਨਰ ਏ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ